ਅੱਜ ਅਸੀਂ ਤੁਹਾਨੂੰ ਇੱਕ ਇਹੋ ਜਿਹਾ ਨੁਸਖੇ ਤੇ ਗੱਲ ਕਰਨੀ ਹੈ, ਇਸ ਮੌਜੂ ਤੇ ਗੱਲ ਕਰਨੀ ਹੈ ਕਿ ਪਹਿਲੇ ਔਰਤਾਂ ਜਿਹੜੀਆਂ ਹੁੰਦੀਆਂ ਸਨ ਨਾ, ਉਹਨਾਂ ਨੂੰ ਆ ਬੋਤਲਾਂ, ਟੀਕੇ, ਤਾਕਤ ਵਾਲੀਆਂ ਦਵਾਈਆਂ, ਇਹਨਾਂ ਦਾ ਕੋਈ ਰਿਵਾਜ ਨਹੀਂ ਹੁੰਦਾ ਸੀ। ਦੇਸੀ ਗ਼ਿਜ਼ਾ ਹੁੰਦੀ ਸੀ ਤੇ ਦੇਸੀ ਖੁਰਾਕ ਹੁੰਦੀ ਸੀ। ਅਸੀਂ ਅੱਜ ਤੁਹਾਨੂੰ ਉਹ ਦੱਸਣੀ ਹੈ ਖੁਰਾਕ। ਉਹਨਾਂ ਦੇ 10-10, 12-12 ਬੱਚੇ ਹੋ ਜਾਂਦੇ ਹੈ ਤਾਂ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਸੀ ਹੁੰਦੀ। ਦੂਜੇ ਤੀਜੇ ਦਿਨ ਚੌਥੇ ਦਿਨ ਉਹ ਆਦੇ ਘਰ ਦੇ ਕੰਮ ਕਾਜ ਸਾਰੇ ਕਰ ਲੈਂਦੀਆਂ ਸਨ। ਅੱਜ ਦਾ ਆਲਮ ਇਹ ਹੈ ਕਿ ਜਿਹੜੀ ਬੱਚੀ ਵੀ ਜਾਂ ਤਾਂ ਉਹਨੂੰ ਬੱਚਾ ਪੈਦਾ ਹੁੰਦਾ ਨਹੀਂ ਹੁੰਦਾ, ਜੋ ਬੱਚਾ ਪੈਦਾ ਕਰ ਲਵੇ ਨਾ ਤਾਂ ਉਹਦੀ ਜਿਹੜੀ ਉਮਰ ਹੈ, ਉਹਦਾ ਜਿਹੜਾ ਜਿਸਮ ਦੀ ਤਾਕਤ ਹੈ, ਜਿਹੜਾ ਵਜੂਦ ਹੈ, ਇੰਜ ਲੱਗਦਾ ਜਿਵੇਂ ਕੋਈ 40-50 ਸਾਲ ਦੀ ਹੋਵੇ। ਉਹਦੇ ਕੋਲ ਹਿੱਲਿਆ ਵੀ ਨਹੀਂ ਜਾਂਦਾ। ਤਾਂ ਉਹਨਾਂ ਵਾਸਤੇ ਜਿਹੜੀਆਂ ਬੱਚੀਆਂ ਨੇ ਉਹਨਾਂ ਦਾ ਬਿਲਕੁਲ ਉਹਨਾਂ ਨੂੰ ਪਤਾ ਵੀ ਨਹੀਂ ਚੱਲਣਾ ਕਿ ਮੈਂ ਬੱਚਾ ਪੈਦਾ ਕੀਤਾ ਹੈ, ਇੰਨੀ ਉਹਦੀ ਜ਼ਰੂਰਤ ਹੋਏਗੀ, ਇੰਨੀ ਤਾਕਤ ਹੋਏਗੀ, ਇੰਨੇ ਦਿਲ ਦਿਮਾਗ ਜਿਹੜਾ ਜਿਗਰ ਹੈ ਨਾ, ਇੰਨੀ ਪਾਵਰਫੁੱਲ ਹੋਏਗਾ ਕਿ ਉਹਨਾਂ ਨੂੰ ਤਕਲੀਫ ਦਾ ਵੀ ਅਹਿਸਾਸ ਬਹੁਤ ਕਮ ਹੁੰਦਾ ਹੈ। ਇਹੋ ਜਿਹੀਆਂ ਔਰਤਾਂ ਨੂੰ ਜਿਹੜੀਆਂ ਆਦੇ ਆਪ ਦੀ ਕੇਅਰ ਕੀਤੀ ਰੱਖਦੀਆਂ ਨੇ ਤੇ ਬੜਾ ਖਿਆਲ ਰੱਖਦੀਆਂ ਨੇ। ਅਕਸਰ ਜਿਹੜੀਆਂ ਬੱਚੀਆਂ ਨੇ ਨਾ ਅੱਜ ਕੱਲ੍ਹ, ਜਿਹੜੇ ਬੱਚੀਆਂ ਖਾਸ ਤੌਰ 'ਤੇ ਜਿਹੜੀਆਂ ਹਾਮਲਾ ਖਵਾਤੀਨ ਹਨ ਨਾ, ਉਹਨਾਂ ਵਾਸਤੇ ਕਿ ਉਹ ਜਿਹੜੀ ਆ ਜੰਕ ਫੂਡ ਹੁੰਦਾ ਨਾ, ਜਿੰਨਾ ਪੀਜ਼ਾ ਹੋ ਗਿਆ, ਸ਼ਵਾਰਮਾ ਹੋ ਗਿਆ, ਸਮੋਸਾ ਹੋ ਗਿਆ, ਟਿੱਕੀਆਂ ਹੋ ਗਈਆਂ, ਬਾਜ਼ਾਰੀ ਕੋਈ ਵੀ ਬੇਕਰੀ ਦੀ ਚੀਜ਼ ਹੈ, ਉਹਨਾਂ ਨੂੰ ਖਾਸ ਤੌਰ 'ਤੇ ਵੀ ਇਹਨਾਂ ਚੀਜ਼ਾਂ ਦਾ ਪਰਹੇਜ਼ ਕੀਤਾ ਕਰਨ, ਤਾਂ ਕਿ ਉਹਨਾਂ ਦੇ HB ਪੂਰੀ ਰਹਿਣੀ ਜ਼ਰੂਰੀ ਹੈ, ਉਹਨਾਂ ਦੀ ਵਿਟਾਮਿਨ ਦਾ ਕਲੀਅਰ ਹੋਣਾ ਜ਼ਰੂਰੀ ਹੈ, ਉਹਨਾਂ ਦੀ ਆਕਸੀਜਨ, ਕਿਉਂਕਿ ਬੱਚਾ ਵੀ ਹੁੰਦਾ ਉਹ ਇੱਕ ਤਾਂ ਨਹੀਂ ਹੁੰਦੀ, 2 ਜੀ ਹੁੰਦੇ ਨੇ, ਉਹਨੇ 2 ਜੀਆਂ ਲੈ ਕੇ ਚੱਲਣਾ ਹੁੰਦਾ। ਉਹਨੂੰ ਚਾਹੀਦਾ ਇਸ ਚੀਜ਼ ਦਾ ਬਹੁਤ ਜ਼ਿਆਦਾ ਅਹਿਸਾਸ ਕਰੇ ਕਿ ਬੱਚੇ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ। ਬਾਜ਼ ਬੱਚੀਆਂ ਔਰਤਾਂ ਮੇਰੇ ਕੋਲ ਆਉਂਦੀਆਂ ਤਾਂ ਕਹਿੰਦੀਆਂ ਨੇ ਜੀ ਬੱਚੇ ਨੂੰ ਪਦੈਸ਼ੀ ਤੌਰ ਤੇ ਯਰਕਾਨ ਹੈਗਾ ਸੀ। ਹਾਲਾਂਕਿ ਬੰਦੇ ਕਹਿੰਦੇ ਨੇ ਕਿ ਇਹਨੇ ਗਰਮ ਚੀਜ਼ਾਂ ਬੜੀਆਂ ਖਾਧੀਆਂ ਨੇ, ਇਹਨੇ ਉਹ ਖਾਧਾ ਹੈ, ਇਹਨੇ ਦਿਨ ਰਾਤ ਜਿਹੜਾ ਨਾ ਇਹ ਚਰਗਈ ਖਾਂਦਾ ਰਿਹਾ, ਤੂੰ ਬੋਤਲਾਂ ਪੀਤੀ ਗਿਆ ਤੇ ਇਹਨੂੰ ਹੈਪੇਟਾਈਟਸ ਹੋ ਗਈ ਹੈ, ਇਹਨੂੰ ਯਰਕਾਨ ਹੋ ਗਿਆ, ਇਹਨੂੰ ਕੈਂਸਰ ਹੋ ਗਿਆ, ਇਹਦੇ ਗੁਰਦੇ ਫੇਲ ਹੋ ਗਏ ਨੇ, ਇਹਨੂੰ ਗੋਲੀਆਂ ਖਾਧੀਆਂ। ਤਾਂ ਬੱਚੇ ਨੇ ਤਾਂ ਕੋਈ ਚੀਜ਼ ਨਹੀਂ ਨਾ ਖਾਧੀ ਹੁੰਦੀ। ਇਸ ਚੀਜ਼ ਦਾ ਵਾਲਿदैन ਨੂੰ ਖਸੂਸੀ ਤੌਰ ਤੇ ਖਿਆਲ ਰੱਖਣਾ ਚਾਹੀਦਾ ਹੈ ਕਿ ਉਹ ਬੱਚੇ ਦਾ ਅਹਿਸਾਸ ਜ਼ਰੂਰ ਕਰਨ, ਤਾਂ ਕਿ ਬੱਚੇ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ। ਕਈ ਗਾਜਨੀ ਖਾਂਦੀਆਂ ਨੇ, ਕਿ ਕੱਚੇ ਚਾਵਲ ਖਾਂਦੀਆਂ ਨੇ, ਮਾਈਆਂ ਕੋਲੇ ਖਾਂਦੀਆਂ ਨੇ। ਜਿਨ੍ਹਾਂ ਦਾ ਜੀ ਕਰੇ ਨਾ ਗਾਜਨੀ ਖਾਣ ਤੇ, ਚਾਵਲ ਖਾਣ ਤੇ, ਮਿੱਟੀ ਖਾਣ ਤੇ, ਬਿਕਰੀਆਂ ਖਾਣ ਤੇ, ਆਹ ਜਿਹੜੇ ਘੜੇ ਦਾ ਟੁੱਟਦੀਆਂ ਹੁੰਦੀਆਂ ਸੀ, ਕਈ ਮਾਈਆਂ ਛੁਣੀਆਂ ਖਾ ਜਾਂਦੀਆਂ ਸਨ। ਉਹਦੀ ਵਜ੍ਹਾ ਚਾਹਨੇ ਹੁੰਦੀ ਹੈ ਕਿ ਉਹਨਾਂ ਦੇ ਜਿਗਰ ਦੇ ਵਿੱਚ ਗਰਮੀ ਹੁੰਦੀ, ਉਹਨਾਂ ਨੂੰ ਖੂਨ ਦੀ ਕਮੀ ਹੁੰਦੀ ਹੈ। ਉਹਨਾਂ ਨੂੰ ਚਾਹੀਦਾ ਹੈ ਕਿ ਉਵੇਂ ਦੀ ਖੁਰਾਕ ਤਾਕਤ ਵਾਲੀ ਖਾਣ, ਜੂਸ ਵਗੈਰਾ ਪੀਣ, ਫਰੈਸ਼ ਜੂਸ ਪੀਣ, ਐਪਲ ਦਾ ਪੀਣ, ਸੇਬ ਦਾ ਪੀਣ, ਤਰਬੂਜ਼ ਦਾ ਪੀਣ, ਜਿਹਦੇ ਨਾਲ ਕੋਈ ਮਹੀਨਾ 20 ਦਿਨ, ਅਨਾਰ ਖਾਣ, ਜਿਹਦੇ ਨਾਲ ਉਹਨਾਂ ਦਾ ਖੂਨ ਦੀ ਕਮੀ ਪੂਰੀ ਹੋਵੇ। ਜਦੋਂ ਖੂਨ ਦੀ ਕਮੀ ਪੂਰੀ ਹੋ ਜਾਂਦੀ ਨਾ, ਫਿਰ ਇਹਨਾਂ ਚੀਜ਼ਾਂ ਦੇ ਬਜ਼ਾਤੇ ਖੁਦ ਹੀ ਉਹਨਾਂ ਦਾ ਦਿਲ ਨਹੀਂ ਕਰਦਾ ਕਿ ਸਾਨੂੰ ਇਹ ਚੀਜ਼ ਖਾਣੀ ਚਾਹੀਦੀ ਹੈ। ਆ ਜਿਹੜੇ ਖੱਟੀ ਗਾਜ ਨਹੀਂ ਖਾਂਦੀਆਂ ਨਾ, ਗਰਮੀ ਹੋਈ ਉਹਨਾਂ ਦਾ ਜੀ ਘਬਰਾਉਂਦਾ ਨਾ, HB ਘੱਟ ਹੁੰਦੀ, ਦਿਲ ਘਬਰਾਉਂਦਾ, ਤੇ ਉਹ ਫਿਰ ਨਾ ਠੰਡਕ ਕਰਨ ਵਾਸਤੇ ਉਹ ਮਿੱਟੀ ਖਾ ਲੈਂਦੀਆਂ ਨੇ ਖੱਟੀ, ਕਹਿੰਦੇ ਲਓ ਜੀ ਇਹਦਾ ਬੜਾ ਫਾਇਦਾ। ਉਹਦਾ ਚੰਨ ਬੜਾ ਨੁਕਸਾਨ ਹੁੰਦਾ ਹੈ। ਇਹੋ ਜਿਹੀਆਂ ਚੀਜ਼ਾਂ ਹੀ ਬੱਚੇ ਦਾ ਵੀ ਨੁਕਸਾਨ ਲੈ ਕਰਦੀਆਂ ਜੀ। ਇਹੋ ਜਿਹੀਆਂ ਚੀਜ਼ਾਂ ਹੀ ਬੱਚੇ ਦਾ ਬੇੜਾ ਗਰਕ ਕਰਦੇ। ਜਾਂ ਤਾਂ ਬੱਚਾ ਪੇਟੇ ਫੌਤ ਹੋ ਜਾਂਦਾ ਹੈ, ਤੇ ਜਾਂ ਫਿਰ ਬੱਚਾ ਹੋਵੇ ਨਾ ਜਦੋਂ, ਤਾਂ ਉਹਨਾਂ ਨੂੰ ਫਿਰ ਉਹ ਦਿਨ ਹੀ ਪੂਰੇ ਨਹੀਂ ਹੁੰਦੇ, ਡਾਕਟਰਾਂ ਦੇ ਕੋਲ ਉੱਥੇ ਨਰਸਿਸ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਉਣਾ ਪੈਂਦਾ। ਤਾਂ ਇਹੋ ਜਿਹੀਆਂ ਜਿਹੜੀਆਂ ਅਲਾਮਤਾਂ ਹੁੰਦੀਆਂ ਨਾ, ਇਹ ਮਾਮਤਾ ਦੀ ਗਫਲਤ ਹੁੰਦੀ ਹੈ। ਉਹਨਾਂ ਨੂੰ ਚਾਹੀਦਾ ਹੈ ਕਿ ਕੱਚੀ ਸਬਜ਼ੀ ਦਾ ਜ਼ਿਆਦਾ ਇਸਤੇਮਾਲ ਕਰਨ, ਸਲਾਦ ਖਾਣ, ਦੁੱਧ ਜ਼ਿਆਦਾ ਪੀਣ, ਅਨਾਰ ਜ਼ਿਆਦਾ ਖਾਣ, ਫਲਾਂ ਨੂੰ ਜ਼ੋਰ ਦੇਣ, ਚਾਵਲਾਂ ਨੂੰ ਬਿਲਕੁਲ ਘੱਟ ਤੋਂ ਘੱਟ ਇਸਤੇਮਾਲ ਕੀਤਾ ਜਾਵੇ। ਸਿਰਫ ਕਦੇ 15-20 ਦਿਨਾਂ ਬਾਅਦ, ਹਫ਼ਤੇ ਬਾਅਦ ਹੋ ਜਾਣ ਤੇ ਥੋੜੇ ਬਹੁਤ ਤਾਂ ਕੋਈ ਮਸਲਾ ਨਹੀਂ ਹੁੰਦਾ। ਲੇਕਿਨ ਕਈ ਖਵਾਤੀਨ ਨੇ ਜਿਹੜੇ ਕੱਚੇ ਹੀ ਖਾਧੀ ਰੱਖਦੀਆਂ ਨੇ, ਜਾਂ ਪਕਾ ਦੇ ਖਾਣੇ ਨੇ, ਜੇ ਨਹੀਂ ਪੱਕੇ ਲੱਭੇ ਫਿਰ ਕੱਚੇ ਖਾਣ ਲੱਗ ਪਏ ਨੇ। ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਬੱਚਿਆਂ ਵਾਸਤੇ ਇੰਤਹਾਈ ਨੁਕਸਾਨਦੇਹ ਨੇ, ਮਾਮਤਾ ਵਾਸਤੇ ਇੰਤਹਾਈ ਨੁਕਸਾਨਦੇਹ ਨੇ। ਉਹਨਾਂ ਨੂੰ ਅਸੀਂ ਇੱਕ ਨੁਸਖਾ ਦੱਸਣੇ ਹੈ। ਇਨਸ਼ਾਅੱਲਾ ਤੁਸੀਂ ਉਹ ਨੁਸਖਾ ਕਰਨਾ ਹੈ। ਉਹਦੇ ਕਰਨ ਤੋਂ ਬਾਅਦ ਤੁਹਾਨੂੰ ਇਹ ਅਹਿਸਾਸ, ਬਿਲਕੁਲ ਅਹਿਸਾਸ ਨਹੀਂ ਹੋਵੇਗਾ ਕਿ ਤੁਸੀਂ ਬੱਚਾ ਪੈਦਾ ਕੀਤਾ ਤੇ ਤੁਹਾਨੂੰ ਵੀਕਨੈਸ ਹੋਈ ਹੈ, ਸਾਰੇ ਜਿਸਮ ਦੇ ਪੱਟੇ ਖਿੱਚੇ ਗਏ ਨੇ, ਕਮਰ ਤੁਹਾਡੀ ਕੋਲ ਹੱਲਾ ਨਹੀਂ ਜਾਂਦਾ ਪਿਆ, ਲੱਤਾਂ ਤੁਹਾਡੀਆਂ ਆਕੜ ਗਈਆਂ ਨੇ, ਦਿਮਾਗ ਦੇ ਪੱਟੇ ਛਿੱਕੇ ਗਏ ਨੇ। ਇਹੋ ਜਿਹੀਆਂ ਜਿਹੜੀਆਂ ਅਲਾਮਤਾਂ ਨੇ ਬਿਲਕੁਲ ਖਤਮ ਹੋ ਜਾਣਗੀਆਂ। ਨੁਸਖਾ ਗੌਰ ਨਾਲ ਸੁਣ ਲਿਆ ਜੇ। ਨੁਸਖੇ ਦੇ ਨਾਲ ਸਾਰੇ ਦਾ ਬਣਾਉਣ ਦਾ ਵੀ ਤਰੀਕਾ ਹੁੰਦਾ ਹੈ, ਸਿਰਫ ਇਹ ਨਹੀਂ ਕਿ ਨੁਸਖਾ ਹੀ ਹੁੰਦਾ ਹੈ। ਤੇ ਗੱਲ ਗੌਰ ਨਾਲ ਜਿੰਨੀ ਸੁਣੋਗੇ ਉਨਾ ਜ਼ਿਆਦਾ ਤੁਹਾਨੂੰ ਫਾਇਦਾ ਆਏਗਾ। ਨੁਸਖਾ ਸੁਣਨ ਤੋਂ ਪਹਿਲੇ ਤੁਸੀਂ ਸਾਰਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ, Facebook ਪੇਜ ਨੂੰ ਫਾਲੋ ਕਰ ਲਓ, ਤੇ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਜੇ। ਅੱਲਾਹ ਪਾਕ ਉਹਨਾਂ ਨੂੰ ਫਾਇਦਾ ਦਿੰਦਾ ਜੇ। ਅਗਰ ਕਿਸੇ ਦੇ ਅੱਗੇ ਗੱਲ ਚਲੀ ਗਈ, ਕਿਸੇ ਨੂੰ ਨੁਸਖਾ ਤਜਵੀਜ਼ ਕਰ ਲਓ।
ਇੱਕ ਪਾਈਆ ਬਿਲਕੁਲ ਸਾਦਾ ਗ਼ਜ਼ਾ ਜੇ, ਕੋਈ ਦੂਸਰੀ ਚੀਜ਼ ਨਹੀਂ, ਕੋਈ ਸਟੀਰਾਇਡ ਨਹੀਂ, ਘਰ ਦੀ ਸਾਦਾ ਗ਼ਜ਼ਾ ਹੈ। ਕਿਸੇ ਡਾਕਟਰ ਦੀ ਤੁਹਾਨੂੰ ਜ਼ਰੂਰਤ ਨਹੀਂ, ਕਿਸੇ ਹਕੀਮ ਕੋਲ ਜਾਣ ਦੀ ਜ਼ਰੂਰਤ ਨਹੀਂ। ਘਰ ਹੀ ਤੁਸੀਂ ਅੱਲਾ ਦੇ ਫਜ਼ਲ ਨਾਲ, ਅੱਲਾ ਪਾਕ ਨੇ ਮਿਹਰਬਾਨੀ ਕਰ ਦੇਣੀ ਹੈ। ਨਾ ਤੁਹਾਨੂੰ ਤਕਲੀਫ, ਨਾ ਦਰਦ, ਨਾ ਕਮਜ਼ੋਰੀ, ਨਾ ਕਿਸੇ ਕਿਸਮ ਦੀ ਟੈਨਸ਼ਨ। ਬੱਚਾ ਟਿਟਾਂ ਕਰਦਾ ਅੱਲਾ ਦੇ ਹੁਕਮ ਨਾਲ ਬਾਹਰ ਆਵੇਗਾ। ਤਾਂ ਮਾਮਤਾ ਨੂੰ ਵੀ ਤਕਲੀਫ ਨਹੀਂ ਹੋਣੀ। ਉਹਦੇ ਦਿਲ 'ਚ ਇੰਨੀ ਪਾਵਰ ਹੋਵੇਗੀ ਕਿ ਉਹ ਉੱਠ ਕੇ ਉਹ ਸਹੀ ਦਿਨ ਕੰਮ ਕਰਦੀ ਹੋਵੇਗੀ। ਉਹਨੂੰ ਅਹਿਸਾਸ ਹੋਏਗਾ ਕਿ ਮੈਨੂੰ ਕੋਈ ਤਕਲੀਫ, ਪਰੇਸ਼ਾਨੀ ਜਾਂ ਕੋਈ ਇਹੋ ਜਿਹੀ ਦਿਲ 'ਚ ਹੁੰਦੀ ਨਾ ਘਬਰਾਹਟ, ਉਹ ਨਹੀਂ ਆਵੇਗੀ। ਨੁਸਖਾ ਹੈਗਾ ਜੇ, ਇੱਕ ਪਾਈਆ ਤੁਸੀਂ ਮੈਦਾ ਲੈਣਾ, ਦੁਕਾਨ ਤੋਂ ਕਿਸੇ ਜਗ੍ਹਾ ਤੋਂ ਮੈਦਾ ਲੈ ਲਵੇ, ਲੈਣਾ ਮੈਦਾ ਹੀ ਹੈ। ਇੱਕ ਪਾਈਆ ਘਿਓ, ਇਹਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਇਹਨੂੰ ਭੁੰਨ ਲੈਣਾ, ਸਹੀ ਬਿਹਤਰੀਨ ਕਰਕੇ ਭੁੰਨਣਾ। ਤੇ ਭੁੰਨਣਾ ਐਵੇਂ ਹੈ ਵੀ ਉਹਨੂੰ ਸਾੜ ਨਹੀਂ ਦੇਣਾ, ਉਹਨੂੰ ਤੇਜ਼ ਹਲਾਈ ਰੱਖਣਾ ਹੈ ਚਮਚੇ ਦੇ ਨਾਲ। ਜਿਸਲੇ ਵੇਖੋ ਨਾ ਭੁੱਜ ਗਿਆ, ਉਹਨੂੰ ਤੁਸੀਂ ਅਲੱਗਾ ਕਰ ਦੇਣਾ। ਉਸ ਤੋਂ ਬਾਅਦ ਤੁਸੀਂ ਪਾਈਆ ਪਾਣੀ ਲੈਣਾ ਹੈ, ਜਾਂ ਤਾਂ ਸ਼ੱਕਰ ਲੈ ਲਿਆ ਜੇ ਪਾਈਆ, ਜਾਂ ਕੁਜ਼ਾ ਮਿਸ਼ਰੀ ਪਾਈਆ ਲੈ ਲਿਆ ਜੇ। ਇਹਨਾਂ ਦੋਵਾਂ ਵਿੱਚੋਂ ਜਿਹੜੀ ਚੀਜ਼ ਤੁਹਾਨੂੰ ਅੱਛੀ ਲੱਗੀ ਉਹ ਲੈ ਲਿਆ ਜੇ। ਉਹਦਾ ਤੁਸੀਂ ਸ਼ੀਰਾ ਬਣਾਉਣਾ। ਜਦੋਂ ਉਹਦੇ 'ਚ ਪਾਈਆ ਪਾਣੀ ਪਾ ਕੇ ਉਹਦਾ ਸ਼ੀਰਾ, ਬਿਹਤਰੀਨ ਸ਼ੀਰਾ ਤਿਆਰ ਕਰਕੇ, ਉਸ ਤੋਂ ਬਾਅਦ ਤੁਸੀਂ ਜਿਹਦੇ ਸ਼ੀਰਾ ਮੁਕੰਮਲ ਹੀ ਬਣ ਜਾਣਾ, ਵੀ ਚਮਚੀ ਭਰੀਏ ਤੇ ਉਹ ਚਮਚੀ ਐਵੇਂ ਲੱਗੇ ਜਿਵੇਂ ਬੜੀ ਗਾੜਾ ਜਿਹਾ, ਬੜਾ ਕੰਮ ਦੀ ਰਵੇ, ਵੀ ਖਾ ਲੈਣ ਵਾਲੀ ਹੋਵੇ। ਇਸ ਤਰ੍ਹਾਂ ਦਾ ਸ਼ੀਰਾ ਬਣਾਉਣਾ, ਬਿਲਕੁਲ ਕਨੀ ਤੋਂ ਥੋੜਾ ਜਿਹਾ ਹਾਰਡ ਰੱਖਣਾ ਤੁਸੀਂ ਉਹਨੂੰ। ਫਿਰ ਉਹਦੇ ਵਿੱਚ ਤੁਸੀਂ ਕੀ ਕਰਨਾ ਹੈ, ਉਹਦੇ ਵਿੱਚ ਫਿਲਫਿਲ ਦਰਾਜ਼ ਤੁਹਾਡੇ ਕੋਲ ਪਾਊਡਰ ਬਣਿਆ ਪਿਆ ਹੋਵੇ, ਫਿਲਫਿਲ ਦਰਾਜ਼, ਸੁੰਡ, ਇਹ ਤੁਸੀਂ ਤੋਲਾ ਤੋਲਾ ਪਾਣੀਆਂ ਨੇ। ਤੇ ਜਿਹੜਾ ਹੈ ਇਹਦੇ ਵਿੱਚ ਜ਼ਿੰਜਬੀਲ, 2 ਤੋਂ 17 ਗ੍ਰਾਮ ਜ਼ਿੰਜਬੀਲ ਪਾਣੀ, ਤੇ 17 ਗ੍ਰਾਮ ਇਹਦੇ ਵਿੱਚ ਤੁਸੀਂ ਦੇਸੀ ਜਵੈਨ ਪਾਣੀ ਹੈ। ਫਿਲਫਿਲ ਦਰਾਜ਼, ਫਿਲਫਿਲ ਮੋਇਆ, ਸੁੰਡ, ਅਜਵੈਨ, 4 ਚੀਜ਼ਾਂ ਨੇ ਫਕਤ। ਇਹਨਾਂ 4 ਚੀਜ਼ਾਂ ਦਾ ਤੁਸੀਂ ਬਿਲਕੁਲ ਪਾਊਡਰ ਕਰਨਾ। ਜਿੰਨਾ ਪਾਊਡਰ ਕਰੋਗੇ ਉਨਾ ਮੁਫੀਦ ਹੋਏਗਾ। ਉਹ ਪਾਊਡਰ ਕਰਕੇ ਤੁਸੀਂ ਜਿਹੜੀ ਉਹ ਚਾਸ਼ਨੀ ਬਣਾਈ ਹੈ ਨਾ, ਉਹਦੇ ਵਿੱਚ ਤੁਸੀਂ ਪਾ ਕੇ ਤੇ ਉਹ ਕੜਾਈ ਥੱਲੇ ਲਾ ਲੈਣੀ ਹੈ। ਉਹਨੂੰ ਹੱਲ ਕਰ ਲੈਣਾ, ਥੱਲੇ ਲਾ ਲੈਣੀ, ਉਹਨੂੰ ਉਬਾਲਾ ਨਹੀਂ ਆਉਣ ਦੇਣਾ, ਨਹੀਂ ਤਾਂ ਉਹਨੇ ਸੜ ਜਾਣਾ, ਕੋਈ ਫਾਇਦਾ ਨਹੀਂ ਜੇ ਹੁੰਦਾ ਉਹਨਾਂ। ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਉਹ ਜਿਹੜਾ ਤੁਹਾਡੇ ਕੋਲ ਮੈਦਾ ਭੁੰਨਾ ਪਿਆ ਨਾ, ਬਿਲਕੁਲ ਉਹਨੂੰ ਤੁਸੀਂ ਉਹਦੇ ਵਿੱਚ ਮਿਕਸ ਕਰਨਾ। ਮਿਕਸ ਚੰਗੀ ਤਰ੍ਹਾਂ ਕਰਕੇ ਬਿਹਤਰੀਨ ਬਣਾ ਕੇ, ਜਿਸਲੇ ਔਰਤ ਬੱਚਾ ਪੈਦਾ ਕਰ ਲਵੇਗੀ ਨਾ, ਬੱਚਾ ਪੈਦਾ ਕਰਨ ਤੋਂ ਬਾਅਦ ਉਹ ਤੁਸੀਂ ਜਿੰਨਾ ਵੀ ਉਹਦਾ ਦਿਲ ਮੰਨੇਗਾ ਨਾ, ਉਹਨੂੰ ਖਵਾਉਣਾ ਜ਼ਬਰਦਸਤੀ ਤੁਸੀਂ ਹੋਵੇ। ਪਾਣੀ ਮੰਗੇ, ਜੋ ਮੰਗੇ, ਦੁੱਧ ਤੱਕ ਮੰਗੇ ਨਹੀਂ ਦੇਣਾ ਤੁਸੀਂ ਉਹਨੂੰ। ਤੁਸੀਂ ਆਹ ਹਲਵਾ ਖਵਾਉਣਾ। ਇਹ ਹਲਵਾ ਜਿਸ ਟਾਈਮ ਤੁਸੀਂ ਉਹਨੂੰ ਖਵਾਓਗੇ, ਉਹ ਪਤਲਾ ਜਿਹਾ ਥੋੜਾ ਜਿਹਾ ਬਣੇਗਾ। ਇਹਨੂੰ ਤੁਸੀਂ ਕਿਸੇ ਚੀਜ਼ ਨਾਲ, ਚਮਚੇ ਨਾਲ ਥੋੜਾ ਥੋੜਾ ਉਹਦੇ ਮੂੰਹ ਦੇ ਵਿੱਚ ਪਾਈ ਰੱਖਣਾ। ਜਿਸਲੇ ਉਹ ਕਹੇ ਨਾ ਕਿ ਮੈਨੂੰ ਕੋਈ ਤਕਲੀਫ ਨਹੀਂ, ਕੋਈ ਅਹਿਸਾਸ ਨਹੀਂ, ਮੈਂ ਹੁਣ ਠੀਕ ਹਾਂ, ਤੁਹਾਡੇ ਹੱਥ 'ਚ ਪਕੜ ਕੇ ਖੁਦ ਉਹ ਖਾਣ ਦੀ ਕੋਸ਼ਿਸ਼ ਕਰੇਗੀ ਕਿ ਮੈਂ ਖੁਦ ਖਾਣਾ। ਇੰਨਾ ਉਹਦਾ ਦਿਲ ਵੀ ਦਲੇਰ ਹੋਏਗਾ, ਇੰਨਾ ਉਹਦਾ ਜਿਗਰਾ ਮਜ਼ਬੂਤ ਹੋਏਗਾ, ਇੰਨਾ ਉਹਦੇ ਵਿੱਚ ਕੌਨਫੀਡੈਂਸ ਹੋਏਗਾ ਕਿ ਨਾਲ ਵਾਲੀਆਂ ਮਾਈਆਂ ਵੀ ਕਹਿਣਗੀਆਂ ਕਿ ਇਹਨੇ ਬੱਚਾ ਪੈਦਾ ਕੀਤਾ, ਉਸ ਤੋਂ ਬਾਅਦ ਵੀ ਇਹਦਾ ਫਾਇਦਾ ਹੈ। ਇਹ ਨਹੀਂ ਹੈਗਾ ਕਿ ਸਿਰਫ ਬੱਚਾ ਜਨਮ ਦੇ ਦਿੱਤਾ ਹੈ ਤੇ ਇਹ ਹਲਵਾ ਖਾਧਾ, ਇਹਦੇ ਨਾਲ ਮੇਰਾ ਜਿਸਮ ਹੁਣ ਠੀਕ ਹੋ ਗਿਆ, ਦੁਬਾਰਾ ਫਿਰ ਤਕਲੀਫ ਹੋਣ ਲੱਗ ਪਏਗੀ। ਨਹੀਂ, ਇਹ ਤੁਸੀਂ ਇੱਕ ਦਫਾ ਹੀ ਖਾਣਾ ਹੁੰਦਾ। ਇਹ ਤੁਸੀਂ ਹਰ ਸਾਲ ਨਹੀਂ ਖਾਣਾ ਹੁੰਦਾ। ਜਦੋਂ ਬੱਚਾ ਜਨਮ ਦੇਵੇ ਨਾ, ਇਹ ਸਿਰਫ ਜਨਮ ਦੇਣ ਤੋਂ ਬਾਅਦ ਖਵਾਉਣਾ ਹੈ, ਪਹਿਲੇ ਨਹੀਂ ਖਵਾਉਣਾ ਤੁਸੀਂ। ਉਹ ਨਾ ਤੁਸੀਂ ਪਹਿਲੇ ਖਵਾ ਕੇ ਬੱਚਾ ਜ਼ਾਇਆ ਕਰ ਤੇ ਬੈਠੀਆਂ ਹੋਵੇ, ਨੁਕਸਾਨ ਹੋ ਜਾਏਗਾ। ਇਹ ਨਾ ਕੰਮ ਕਰਿਆ ਜੇ ਤੁਸੀਂ। ਇਹਨੂੰ ਬੱਚੇ ਤੋਂ ਜਾਂ ਬੱਚਾ ਪੈਦਾ ਹੁੰਦਾ ਜਾਵੇ ਨਾ, ਬਾਅਦ ਜਿਸਲੇ ਉਹਨੇ ਕੋਈ ਚੀਜ਼ ਮੰਗਣੀ ਨਾ, ਤੁਸੀਂ ਉਹਨੂੰ ਆ ਹਲਵਾ ਦੇਣਾ, ਕੋਈ ਸ਼ੈ ਨਹੀਂ ਹੋਰ ਦੇਣੀ। ਇਹਦਾ ਫਾਇਦਾ ਤੁਹਾਨੂੰ ਇਹ ਹੋਵੇਗਾ ਕਿ ਇਸੇ ਕੋਈ ਜਿਹੜੀਆਂ ਮਾਈਆਂ ਨੇ, ਇਹ ਭਾਵੇਂ 10 ਬੱਚੇ ਜੰਮ ਲੈਣ, ਇਹ 15 ਜੰਮ ਲੈਣ, ਇਹ 20 ਜੰਮ ਲੈਣ, ਅੱਲਾਹ ਪਾਕ ਦੀ ਅਤਾ ਹੈ। ਕਿਸੇ ਨੂੰ 4, 5, 6 ਹੁੰਦੇ ਨੇ, ਦੁਬਾਰਾ ਬੱਚਾ ਨਹੀਂ ਹੁੰਦਾ। ਤੇ ਕਈ ਜਿਹੜੀਆਂ ਮਾਈਆਂ ਨੇ, ਉਹ ਮਾਸ਼ਾਅੱਲਾ 16 ਮੇਰੇ ਉਸਤਾਦ ਨੇ, ਸੈਯਦ ਸਾਹਿਬ ਨੇ, ਉਹ ਮਾਸ਼ਾਅੱਲਾ ਉਹਨਾਂ ਦੇ ਕੋਲ 16 ਬੱਚੇ ਨੇ, 14 ਬੇਟੀਆਂ ਤੇ 2 ਬੇਟੇ। ਤੇ ਅੱਲਾ ਦੇ ਫਜ਼ਲ ਨਾਲ ਦੋਵੇਂ ਯੰਗ ਨੇ, ਕਿਸੇ ਕਿਸਮ ਦੀ ਕੋਈ ਉਹਨਾਂ ਦੇ ਪਰੇਸ਼ਾਨੀ ਨਾ। ਉਹਨਾਂ ਦੇ ਮੂੰਹ ਤੇ ਲੱਗਦਾ ਵੀ ਇਹਨਾਂ ਦੇ ਇੰਨੇ ਬੱਚੇ ਨੇ। ਇਹ ਨੁਸਖਾ ਮੇਰਾ ਭਾਈ ਤੁਸੀਂ ਆਦੇ ਘਰ ਇਸਤੇਮਾਲ ਕਰਵਾਉਣਾ ਹੈ। ਇਹ ਮੇਰੀ ਭੈਣ ਸੁਣਦੀ ਪਈ ਹੈ, ਬੇਟੀ ਸੁਣਦੀ ਪਈ ਹੈ, ਕੋਈ ਮਾਈ ਸੁਣਦੀ ਪਈ, ਸਾਰੀਆਂ ਖਵਾਤੀਨ ਵਾਸਤੇ ਇਹਦੇ ਕੋਈ ਸਾਈਡ ਇਫੈਕਟ ਵਾਲੀ, ਕੋਈ ਨੁਕਸਾਨ ਵਾਲੀ ਕੋਈ ਇਹੋ ਜਿਹੀ ਚੀਜ਼ ਨਹੀਂ। ਘਰ ਦੀ ਚੀਜ਼ ਹੈ ਤੇ ਸਿਰਫ ਚੰਦ ਪੈਸਿਆਂ ਦੀ, ਚੰਦ ਪੈਸੇ। ਜਿਹੜੀ ਤੁਸੀਂ 5-5 ਹਜ਼ਾਰ ਦੀਆਂ ਬੋਤਲਾਂ ਲਵਾ ਲੈਂਦੇ ਸੀ ਨਾ, ਤਾਕਤ ਵਾਲੀਆਂ, ਕਹਿੰਦੇ ਨੇ ਲਓ ਜੀ ਇਹਦੇ ਨਾਲ ਦਿਲ ਤਗੜਾ ਹੋ ਗਿਆ ਜੀ, ਇਹਦੇ ਨਾਲ HP ਪੂਰੀ ਹੁੰਦੀ ਪਈ ਜੀ, ਇਹਦੇ ਨਾਲ ਤਾਂ ਹੁਣ ਸਾਰੇ ਮਸਲੇ ਹੱਲ ਹੋ ਜਾਣੇ ਨੇ।
ਕੋਈ ਮਸਲਾ ਨਹੀਂ ਮੇਰਾ ਭਾਈ ਹੱਲ ਹੁੰਦਾ ਉਹਦੇ ਨਾਲ। ਅਸਲ ਜਿਹੜੀ ਚੀਜ਼ ਅਸਲ ਹੀ ਹੁੰਦੀ ਜੇ, ਅਸਲ ਦਾ ਮਿਆਰ ਅਸਲ ਹੀ ਰਹਿੰਦਾ ਹੈ। ਇਹਦੇ ਨਾਲ ਤੁਹਾਨੂੰ ਬਾਅਦ ਵਿੱਚ ਵੀ ਇੰਨਾ ਫਾਇਦਾ ਹੋਏਗਾ ਕਿ ਹਮੇਸ਼ਾ ਵਾਸਤੇ ਹੁੰਦੇ ਦਿਲ ਦੇ ਵਿੱਚ ਇੰਨੀ ਜ਼ਿਆਦਾ ਕੂਵਤ ਹੋਏਗੀ, ਇੰਨਾ ਮਿਜ਼ਾਜ ਅੱਛਾ ਹੋਏਗਾ ਕਿ ਉਹਦਾ ਹੱਸਣ ਖੇਲਣ ਨੂੰ ਵੀ ਦਿਲ ਕਰੇਗਾ, ਤਾਂ ਉਕਤਾਹਟ ਨਹੀਂ ਮਹਿਸੂਸ ਹੋਵੇਗੀ ਉਹਨੂੰ ਘਰ ਦੇ ਵਿੱਚ। ਕਿਸੇ ਵੀ ਕੰਮ ਵਾਸਤੇ ਜਾਂ ਕੋਈ ਵੀ ਚੀਜ਼ ਹੁੰਦੀ ਨਾ, ਵੀ ਘਰ ਦਾ ਕੰਮ ਕਰਨ ਵਾਲਾ ਆਸਰਾ ਲੱਭਣਾ ਮੈਨੂੰ ਫਲਾਣਾ ਕਰਕੇ ਦੇ ਦੇਵੇ, ਉਹਦੇ ਖੁਦ 'ਚ ਇੰਨੀ ਐਕਟੀਵਿਟੀ ਹੋਵੇਗੀ ਕਿ ਖੁਦ ਉਹਨੇ ਆਪ ਖੁਦ ਕਰਨ ਦੀ ਕੋਈ ਫੀਲ ਹੋਵੇਗੀ।